ਸੋ ਕੁੱਲ ਮਿਲਾ ਕੇ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਚੱਲਣਾ ਹੀ ਪਏਗਾ ਕੈਪਟਨ ਅਮਰਿੰਦਰ ਸਿੰਘ ਨੂੰ, ਸਿਆਸੀ ਤੌਰ ਤੇ ਵੀ ਤੇ ਪਾਰਟੀ ਪੱਧਰ ਦੇ ਉੱਤੇ ਵੀ ਲਾਹੇਵੰਦਾ ਹੋਏਗਾ ਦੋਵੇਂ ਤਰ੍ਹਾਂ ਨਾਲ ਕੈਪਟਨ ਸਾਹਿਬ ਵਾਸਤੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਹਾਂ, ਮੈਂ ਬਿਲਕੁਲ ਇਹ ਕਹਿਣਾ ਚਾਹੁੰਦਾ, ਜੇ ਪਾਰਟੀ ਇਕੱਠੀ ਤੁਰੇਗੀ ਤੇ ਇਹ ਫਾਇਦਾ ਇਹਦਾ ਪਾਰਟੀ ਨੂੰ ਹੀ ਹੋਏਗਾ। ਪਰ ਜੇਕਰ ਕੱਲ੍ਹ ਨੂੰ ਦੁਬਾਰਾ ਕਾਂਗਰਸ ਰਿਪੀਟ ਕਰਦੀ ਹੈ 2022 'ਚ, ਤਾਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਅਹੁਦੇ ਦੇ ਵੀ ਇੱਕ ਵੱਡੇ ਦਾਅਵੇਦਾਰ ਬਣ ਸਕਦੇ ਨੇ ਕੈਪਟਨ ਵਾਸਤੇ। ਮੈਂ ਪੰਜਾਬ ਦੇ ਕੁਝ ਲੀਡਰ ਦੇਖੇ ਹੈ ਜਿਹੜੇ ਲੋਨਰ ਹੈ। ਆਖਰੀ ਗੱਲ ਹੈ ਕਿ ਬਸਪਾ ਦੀ ਰਾਜਨੀਤੀ ਦਾ ਉਭਾਰ ਹੋ ਸਕਦਾ ਹੈ ਇਸ ਜਿਹੜਾ ਖਲਾ ਪੈਦਾ ਹੋਇਆ ਭਾਰਤੀ ਜਨਤਾ ਪਾਰਟੀ ਦੇ ਬਾਹਰ ਹੋਣ ਨਾਲ। ਰਨਿੰਗ ਇਹ ਹੈ ਕਿ ਜਿਸ ਸਟੇਟ ਦੇ ਵਿੱਚ ਦਲਿਤ ਪਾਪੂਲੇਸ਼ਨ 32-33% ਹੋਵੇ, ਉੱਥੇ ਬਸਪਾ ਦਾ ਆਧਾਰ ਹੀ ਨਾ ਹੋਵੇ ਔਰ ਬਣ ਹੀ ਨਹੀਂ ਸਕੇ। ਖੇਤੀ ਬਿੱਲਾਂ ਦੇ ਪ੍ਰਸੰਗ 'ਚ ਆਪਾਂ ਗੱਲ ਕਰ ਰਹੇ ਹਾਂ ਕਿ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਬੜੇ ਵੱਡੇ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਕੇਂਦਰ 'ਚ ਜਿੱਤਦੀ ਹੈ, ਤਾਂ ਪੰਜਾਬ 'ਚ ਦੇ ਜਿਹੜੇ ਭਾਜਪਾਈ ਨੇ ਉਹ ਭੜਕਾ ਮਾਰਨ ਲੱਗ ਪਏ ਸੀ। ਦੇਖੋ, ਇਹ ਪਾਰਟੀ ਦਾ ਆਪਣਾ ਬੇਸ ਉਸ ਹਿਸਾਬ ਤੇ ਇਲੈਕਸ਼ਨ ਜਿੱਤਣ ਜੋਗਾ ਨਹੀਂ ਹੈ ਕਿਸੇ ਸੀਟ ਤੇ ਵੀ। ਇਹ ਅਲਾਇੰਸ ਦੇ ਵਿੱਚ ਆ ਕੇ ਸੀਟਾਂ ਆਪਣੀਆਂ ਜਿੱਤਦੇ ਰਹੇ ਆ। ਹੁਣ ਤਾਂ ਵਿਚਾਰਿਆਂ ਦੀ ਹਾਲਤ ਬਹੁਤ ਤਰਸਯੋਗ ਹੈ। ਜਿਹੜੇ 2 MLA ਉਹ ਤਾਂ ਵੈਸੇ ਹੀ ਨਜ਼ਰ ਨਹੀਂ ਆਉਂਦੇ। ਬਾਕੀ ਲੀਡਰਾਂ ਦੇ ਬਾਹਰ ਜਿਹੜੇ ਵੱਡੇ ਲੀਡਰ ਇਹਨਾਂ ਦੇ, ਉਹਨਾਂ ਦੇ ਘਰਾਂ ਦੇ ਬਾਹਰ ਤਾਂ ਧਰਨੇ ਲੱਗੇ ਹੋਏ ਆ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਹੋਸਟ ਨੀਲ ਭੁਲਿੰਦਰ ਸਿੰਘ। ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਮਤੇ ਪਾਏ ਗਏ ਨੇ, ਬਿੱਲ ਲਿਆਂਦੇ ਗਏ ਨੇ। ਉਸ ਨੂੰ ਲੈ ਕੇ ਕਾਨੂੰਨੀ ਤੌਰ ਦੇ ਉੱਤੇ ਵੱਖਰੀ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿ ਇੱਕ ਰਾਜ ਸਰਕਾਰ, ਰਾਜ ਵਿਧਾਨ ਸਭਾ ਕੇਂਦਰ ਦੇ ਕਾਨੂੰਨਾਂ ਖਿਲਾਫ ਕਿੱਥੋਂ ਤੱਕ ਸੰਵਿਧਾਨਕ ਤੌਰ ਤੇ ਜਾ ਸਕਦੀ ਹੈ। ਇਸ ਬਾਰੇ ਅਸੀਂ 2 ਇੰਪੋਰਟੈਂਟ ਐਪੀਸੋਡ ਐਡਵੋਕੇਟ ਜੋਗਿੰਦਰ ਸਿੰਘ ਤੂਰ ਤੇ ਐਡਵੋਕੇਟ ਦਿਨੇਸ਼ ਚੱਡਾ ਨਾਲ ਅਸੀਂ ਕਰ ਚੁੱਕੇ ਹਾਂ। ਸਾਡੇ ਪੋਰਟਲ ਦੇ ਉੱਤੇ ਪਏ ਨੇ ਤੇ ਤੁਸੀਂ ਵੈਸੇ ਵੀ ਉਹ ਵੇਖ ਚੁੱਕੇ ਹੋ। ਬੜੀ ਗੌਰ ਨਾਲ ਤੁਹਾਡੇ ਹੁੰਗਾਰਾ ਵੀ ਕਾਫੀ ਮਿਲਿਆ ਹੈ। ਖੈਰ, ਅਸੀਂ ਕਾਨੂੰਨੀ ਤੇ ਸੰਵਿਧਾਨਕ ਧਰਾਤਲ ਦੀਆਂ ਤਹਿਾਂ ਜਿਹੜੀਆਂ ਨੇ ਉਹ ਫੁੱਲ ਲਈਆਂ ਨੇ। ਹੁਣ ਅਸੀਂ ਰਾਜਨੀਤਿਕ ਪ੍ਰਸੰਗ ਦੇ ਵਿੱਚ ਗੱਲ ਕਰਦੇ ਹਾਂ ਕਿ ਇਹਨਾਂ ਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਕੀ ਫਰਕ ਪਏਗਾ। ਪੰਜਾਬ ਅਤੇ ਕੇਂਦਰ ਦਾ ਜੋ ਸਬੰਧ ਨੇ, ਦਵੱਲੇ ਸਬੰਧ ਨੇ, ਉਹਨਾਂ ਦੇ ਉੱਤੇ ਰਾਜਨੀਤਿਕ ਤੌਰ ਦੇ ਉੱਤੇ ਕੀ ਫਰਕ ਪਏਗਾ। ਖਾਸ ਕਰ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਭਵਿੱਖ ਦੇ ਉੱਤੇ ਕੀ ਫਰਕ ਪਏਗਾ। ਇਹ ਉਹੀ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਦੀ ਪਿਛਲੀ ਵਾਰ ਜਦੋਂ ਸਰਕਾਰ ਬਣੀ ਸੀ ਤਾਂ ਸ਼ਾਇਦ ਸਾਲ 2004 ਦੇ ਵਿੱਚ ਇਸ ਤਰ੍ਹਾਂ ਹੀ ਇਹਨਾਂ ਨੇ ਰਾਜ ਸੂਚੀ ਦਾ ਵਿਸ਼ਾ ਹੋਣ ਦੇ ਵਜੋਂ ਪਾਣੀਆਂ ਦੇ ਸਮਝੌਤੇ ਤੋੜ ਕੇ ਪਾਣੀਆਂ ਦਾ ਰਾਖਾ ਹੋਣ ਦਾ ਜਿਹੜਾ ਖਿਤਾਬ, ਇੱਕ ਅਣਐਲਾਨਿਆ ਖਿਤਾਬ ਲਿਆ ਸੀ। ਪਰ ਰਾਜਨੀਤਿਕ ਤੌਰ ਦੇ ਉੱਤੇ ਉਹਦਾ ਕੋਈ ਫਾਇਦਾ ਕੈਪਟਨ ਸਾਹਿਬ ਨੂੰ ਨਹੀਂ ਮਿਲਿਆ ਸੀ, ਕਿਉਂਕਿ ਬੁਰੀ ਤਰ੍ਹਾਂ ਇੱਕ ਸ਼ਰਮਨਾਕ ਹਾਰ ਦਾ ਸਾਹਮਣਾ ਉਸ ਤੋਂ ਬਿਲਕੁਲ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੀਆਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਹੋਇਆ ਸੀ। ਹੁਣ ਫਿਰ ਲਗਭਗ ਸਥਿਤੀ ਉਹੋ ਜਿਹੀ ਹੈ। 2 ਸਾਲ ਰਹਿ ਗਏ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਮੰਨਿਆ ਜਾ ਰਿਹਾ ਕਿ ਕੈਪਟਨ ਸਾਹਿਬ ਜਾਂ ਕਾਂਗਰਸ ਪਾਰਟੀ ਇਸ ਵਾਰ ਵੀ ਉਹੀ ਕੁਝ ਰਿਪੀਟ ਕਰਨ ਦੀ ਕੋਸ਼ਿਸ਼ 'ਚ ਹੈ, ਪਰ ਸ਼ਾਇਦ ਹੁਣ ਪੁਰਾਣਾ ਹੋਮਵਰਕ ਕਰਕੇ ਪੁਰਾਣੀਆਂ ਗਲਤੀਆਂ ਦੁਹਰਾਉਣ ਤੋਂ ਗੁਰੇਜ਼ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਹੋਏਗਾ ਕੀ? ਆਓ ਹੁਣ ਇਸ ਨਵੇਂ ਪ੍ਰਸੰਗ ਦੇ ਵਿੱਚ ਗੱਲ ਕਰੀਏ ਕਿ ਰਾਜਨੀਤਿਕ ਅਰਥ ਕੀ ਨੇ। ਮੇਰੇ ਨਾਲ ਬਣੇ ਹੋਏ ਨੇ ਨਾਮਵਰ ਪੱਤਰਕਾਰ ਸਰਾਰ ਜਗਤਾਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਪਹਿਲਾ ਸਵਾਲ ਤਾਂ ਜੀ, ਕਿਸ ਤਰ੍ਹਾਂ ਲੈਂਦੇ ਹੋ ਜੋ ਤਾਜ਼ਾ ਘਟਨਾਕ੍ਰਮ ਹੈ ਰਾਜਨੀਤਿਕ ਤੌਰ ਦੇ ਉੱਤੇ ਤੁਸੀਂ ਪੰਜਾਬ ਦੇ ਵਿੱਚ? ਇਹਦੇ ਨੈਸ਼ਨਲ ਤੇ ਸਟੇਟ ਦੋਵਾਂ ਦੇ ਹੀ ਇੰਪੈਕਟ ਮੇਰੇ ਖਿਆਲ ਦੇ ਵਿੱਚ ਸਿਆਸਤ 'ਤੇ ਪਏਗਾ। ਇਹ ਪਹਿਲੀ ਵਾਰ ਹੈ ਸ਼ਾਇਦ 2014 ਤੋਂ ਬਾਅਦ ਜਦੋਂ ਦੇ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣੇ ਹੈ ਕਿ ਉਹਨਾਂ ਨੂੰ ਕਿਸੇ ਪਾਸਿਓਂ ਐਡਾ ਵੱਡਾ ਚੈਲੰਜ ਆਇਆ ਹੈ ਜੀ। ਸੋ ਮੈਂ ਇਹਨੂੰ ਉਸ ਕੰਟੈਕਸਟ ਲੈਣਾ ਤੇ ਕਿਸਾਨੀ ਦਾ ਇਹ ਸੰਘਰਸ਼ ਹੁਣ ਹੌਲੀ ਹੌਲੀ ਸਾਰੇ ਹਿੰਦੁਸਤਾਨ ਵਿੱਚ ਫੈਲ ਰਿਹਾ ਹੈ। ਇਹਦਾ ਸੈਂਟਰ ਪੰਜਾਬ ਹੈ। ਇੱਕ ਆਸਪੈਕਟ ਤਾਂ ਇਹ ਹੈ। ਦੂਸਰਾ, ਇਹਦੇ ਨਾਲ ਇਸ਼ੂ ਉੱਠ ਗਿਆ ਨੈਸ਼ਨਲ ਲੈਵਲ ਤੇ ਫੈਡਰਲਿਜ਼ਮ ਦਾ। ਉਹਦੀ ਗੱਲ ਆਪਾਂ ਕਰਾਂਗੇ ਬਾਅਦ ਦੇ ਵਿੱਚ। ਇਮੀਡੀਏਟ ਆਪਣਾ ਇਸ਼ੂ ਹੈ ਪੰਜਾਬ ਤੇ ਇਹਦਾ ਅਸਰ ਕੀ ਪਏਗਾ ਜੀ। ਜੇ ਆਪਾਂ 2004 ਦੇ ਵਿੱਚ ਜਾਈਏ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਹੀਂ ਇਹੋ ਜਿਹਾ ਹੀ ਵੱਡਾ ਇੱਕ ਫੈਸਲਾ ਕੀਤਾ ਸੀ। ਬਿਲਕੁਲ, ਉਹ ਸੀ ਪੰਜਾਬ ਵਾਟਰ ਟਰਮੀਨੇਸ਼ਨ ਐਕਟ, ਜਿਹਦੇ ਅੰਡਰ ਜਿੰਨੇ ਪਿਛਲੇ ਪਾਣੀਆਂ ਦੇ ਸਮਝੌਤੇ ਸੀਗੇ ਦਰਿਆਈ ਪਾਣੀਆਂ ਦੇ ਹਰਿਆਣੇ ਅਤੇ ਰਾਜਸਥਾਨ ਨਾਲ, ਉਹ ਸਾਰੇ ਰੱਦ ਕਰਤੇ ਸੀਗੇ। ਅਤੇ ਉਹ ਇਲੈਕਸ਼ਨ 2007 ਦੇ ਵਿੱਚ ਕਾਂਗਰਸ ਹਾਰ ਗਈ ਸੀਗੀ। ਇਹਨਾਂ ਨੂੰ ਕੋਈ ਫਾਇਦਾ ਨਹੀਂ ਸੀ ਹੋਇਆ। ਹੁਣ ਅਗੇਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਜੀ, ਅਤੇ ਉਹਨਾਂ ਨੇ ਇੱਕ ਬੋਲਡ ਸਟੈਪ ਲਿਆ ਹੈ। ਇਹਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ, ਇਹ ਹੌਲੀ ਹੌਲੀ ਗੱਲ ਸਾਹਮਣੇ ਆਉਂਦੀ ਜਾਏਗੀ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਕਿ
ਉਹਨਾਂ ਨੇ ਇੱਕ ਪੋਲੀਟੀਕਲ ਸਟੇਟਮੈਂਟ ਦੇਤੀ ਔਰ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਸਾਨੂੰ ਇਹਦੇ ਨਾਲ ਸਾਡਾ ਜਿਹੜਾ ਸੰਘਰਸ਼ ਹੈ ਉਹ ਹੋਰ ਮਜ਼ਬੂਤ ਹੋਇਆ ਹੈ। ਮੈਂ ਕਿਸਾਨੀ ਦੇ ਰਿਐਕਸ਼ਨ ਦੇ ਹਿਸਾਬ 'ਤੇ ਹੀ ਜਾਊਂਗਾ ਪਹਿਲਾਂ ਤਾਂ ਜੀ। ਸੋ ਪਹਿਲਾ ਰਿਐਕਸ਼ਨ ਇਹ ਹੈ ਕਿ ਇਹਦੇ ਨਾਲ ਨੈਸ਼ਨਲ ਲੈਵਲ 'ਤੇ ਜਿਹੜਾ ਕਿਸਾਨੀ ਦਾ ਸੰਘਰਸ਼ ਹੈ ਉਹ ਮਜ਼ਬੂਤ ਹੋਇਆ ਤੇ ਗਾਂਹ ਤੁਰਿਆ ਹੈ। ਇਹ ਪਹਿਲਾ ਸਟੈਪ ਮੈਂ ਮੰਨਦਾ ਹੈ ਜਿਹੜੇ ਪੰਜਾਬ ਅਸੈਂਬਲੀ ਨੇ ਕੀਤਾ ਹੈ। ਜੀ। ਅਕਾਲੀਆਂ ਨੂੰ ਤੇ ਆਪ ਨੂੰ 24 ਘੰਟੇ ਬਾਅਦ ਸਮਝ ਆਈ ਕਿ ਅਸੀਂ ਕੀ ਕੀਤਾ। ਬਿਲਕੁਲ। ਹਾਂਜੀ, ਇਹ 2004 ਦੇ ਵਿੱਚ ਵੀ ਅਕਾਲੀ ਦਲ ਨਾਲ ਇਸ ਤਰ੍ਹਾਂ ਹੀ ਹੋਇਆ ਸੀ। ਜਦੋਂ ਕੱਲ੍ਹ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੀ ਪ੍ਰੈਸ ਕਾਨਫਰੰਸ ਦਾ ਸ਼ਾਮੀ ਫੋਨ ਆਇਆ, ਮੈਂ ਦੇਖਿਆ ਵੀ ਕਿਤੇ ਇਹਨਾਂ ਨੇ ਇਹ ਕਿਹਾ ਹੈ ਕਿ ਨਹੀਂ ਕਿ ਸਾਡੀ ਸਰਕਾਰ ਬਣ 'ਤੇ ਅਸੀਂ ਸਾਰਾ ਕੁਝ ਠੀਕ ਕਰਾਂਗੇ, ਜੋ ਨੁਕਸ ਇਹਨਾਂ ਨੇ ਕੱਢੇ ਉਹਦੇ ਵਿੱਚ। ਜੀ। ਕਿਉਂਕਿ 2004 'ਚ ਬਾਦਲ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਸੈਕਸ਼ਨ 5 ਅਸੀਂ ਡਿਲੀਟ ਕਰਾਵਾਂਗੇ ਉਸ ਐਕਟ ਦੇ ਵਿੱਚੋਂ, ਤੇ ਇਹ ਇਹਨਾਂ ਦਾ 2007 ਦਾ ਇਲੈਕਸ਼ਨ ਮੈਨੀਫੈਸਟੋ ਵੀ ਸੀ। ਜੀ। 10 ਸਾਲ ਵਿੱਚ ਕੁਝ ਨਹੀਂ ਕੀਤਾ ਇਹਨਾਂ ਨੇ। ਸੋ ਕੱਲ੍ਹ ਵੀ ਮੈਂ ਵੇਟ ਕਰ ਰਿਹਾ ਸੀ ਵੀ ਸ਼ਾਇਦ ਕਿਤੇ ਇਹ ਗੱਲ ਕਹਿਣ, ਲੇਕਿਨ ਕਹੀ ਨਹੀਂ। ਜੋ ਕੁਛ ਮਜੀਠੀਆ ਜੀ ਨੇ ਕਿਹਾ ਸ਼ਾਇਦ ਉਹ ਠੀਕ ਹੋਵੇ। ਇਸ਼ੂ ਟੈਕਨੀਕੈਲਿਟੀਜ਼ ਦਾ ਨਹੀਂ ਹੈ ਇਸ ਸਟੇਜ 'ਤੇ ਆ ਕੇ, ਉਹ ਬਾਅਦ ਦੀ ਗੱਲ ਹੈ, ਬਾਅਦ ਵਿੱਚ ਦੇਖਿਆ ਜਾ ਸਕਦਾ ਹੈ। ਇਮੀਡੀਏਟ ਇਹ ਹੈ ਕਿ ਇਸ ਸੰਘਰਸ਼ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਔਰ ਇਹ ਸਟੈਪ ਸੰਘਰਸ਼ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਸਹਾਈ ਹੁੰਦਾ ਹੈ। ਜੀ। ਪਰ ਵੱਡਾ ਸਵਾਲ ਜਿਵੇਂ ਕਿ ਤੁਸੀਂ ਵੀ ਜ਼ਿਕਰ ਕੀਤਾ ਤੇ ਪਹਿਲਾਂ ਮੈਂ ਵੀ ਜ਼ਿਕਰ ਛੋਇਆ ਹੈ ਕਿ ਸਾਲ 2004 ਦਾ ਜਿਹੜਾ ਪਾਣੀਆਂ ਦੇ ਸਮਝੌਤੇ ਤੋੜੂ ਐਕਟ ਸੀਗਾ, ਕਾਨੂੰਨ ਸੀ, ਲਿਆਂਦਾ ਸੀ ਇਹਨਾਂ ਨੇ, ਬਿੱਲ ਲਿਆਂਦਾ ਸੀ ਤੇ ਮੁੜ ਕੇ ਉਹ ਹੁਣ ਵੀ ਅੱਧ ਵਿਚਾਲੇ ਪਿਆ ਹੋਇਆ, ਤਾਂ ਉਸ ਦਾ ਵੀ ਰਾਜਨੀਤਿਕ ਤੌਰ ਦੇ ਉੱਤੇ ਫਾਇਦਾ ਨਹੀਂ ਮਿਲਿਆ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ। ਲੱਗਦਾ ਹੈ ਕਿ ਇਸ ਵਾਰ ਇਹ ਪੁਰਾਣੇ ਤੋਂ ਸਬਕ ਸਿੱਖ ਕੇ ਜਾਂ ਇਸ ਵਕਤ ਫੇਰ ਇਹ ਕਿਤੇ ਉਹੀ ਗਲਤੀ ਤਾਂ ਨਹੀਂ ਦੁਹਰਾ ਰਹੇ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਕਿ ਕੈਪਟਨ ਸਾਹਿਬ ਪਾਣੀਆਂ ਦੇ ਰਾਖੇ ਵੀ ਸੀ ਤੇ ਹੁਣ ਇਹ ਖੇਤੀ ਦੇ ਰਾਖੇ ਵੀ ਬਣ ਗਏ ਨੇ। ਦੇਖੋ, ਇੱਕ ਫਰਕ ਹੈ ਉਸ ਵੇਲੇ ਦਾ ਤੇ ਇਸ ਵੇਲੇ ਦਾ। ਜੀ। ਉਦੋਂ ਇਹਨਾਂ ਨੂੰ ਫਾਇਦਾ ਕਿਉਂ ਨਹੀਂ ਹੋਇਆ? ਦਿੱਲੀ ਵਿੱਚ ਉਸ ਵੇਲੇ ਸਰਕਾਰ ਸੀ ਕਾਂਗਰਸ ਦੀ, ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਸੋਨੀਆ ਗਾਂਧੀ ਕਾਂਗਰਸ ਦੀ ਪ੍ਰੈਜ਼ੀਡੈਂਟ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਾਈ ਕਮਾਂਡ ਨੂੰ ਬਿਨਾਂ ਪੁੱਛੇ ਇਹ ਸਟੈਪ ਐਡਾ ਵੱਡਾ ਲਿਆ ਸੀ ਤੇ ਉਹ ਦੋਵੇਂ ਹੀ ਲੀਡਰ ਇਹਨਾਂ ਨਾਲ ਨਾਰਾਜ਼ ਹੋ ਗਏ ਸੀਗੇ। ਰਿਕਾਰਡ 'ਤੇ ਹੈ ਸਾਰੀ ਗੱਲ। ਮੈਂ ਜਿਹੜੀ ਮੇਰੀ ਲੇਟੈਸਟ ਕਿਤਾਬ ਆਈ ਹੈ ਮੈਂ ਡਿਟੇਲ ਉਹਦੇ ਦਿੱਤੀ ਹੈ ਵੀ ਕਿਵੇਂ ਉਹਨਾਂ ਨੇ ਇਸ ਸਾਰੀ ਗੱਲ 'ਤੇ ਰਿਐਕਟ ਕੀਤਾ ਸੀਗਾ। ਇਸੇ ਕਰਕੇ ਹੀ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਕੈਪਟਨ ਸਾਹਿਬ ਨੂੰ ਉਸ ਵੇਲੇ 2007 ਦੇ ਇਲੈਕਸ਼ਨ ਦੇ ਵੇਲੇ CM ਦਾ ਕੈਂਡੀਡੇਟ ਅਨਾਉਂਸ ਨਹੀਂ ਸੀ ਕੀਤਾ। ਜਦੋਂ ਇਹਨਾਂ ਨੂੰ ਕੈਂਡੀਡੇਟ ਅਨਾਉਂਸ ਕੀਤਾ ਹੀ ਨਹੀਂ ਤੇ ਇਹਨਾਂ ਨੇ ਵੀ ਉਹਨਾਂ ਕੀ ਇੰਟਰਸਟ ਲਿਆ ਸੀ ਇਲੈਕਸ਼ਨ ਦੇ ਵਿੱਚ। ਜੀ। ਸੋ ਵੱਡਾ ਕਾਰਨ ਮੇਰੇ ਖਿਆਲ ਦੇ ਵਿੱਚ ਇਹ ਪਰਸਨਲ ਸੀ ਤੇ ਕਾਂਗਰਸ ਦੀ ਅੰਦਰ ਦੀ ਸਿਆਸਤ ਸੀਗੀ। ਜੀ। ਹੁਣ ਉਹ ਸਿਚੁਏਸ਼ਨ ਨਹੀਂ ਹੈ। ਹੁਣ ਤਾਂ ਇਨੀਸ਼ੀਏਟਿਵ ਹੀ ਦਿੱਲੀ ਤੋਂ ਆਇਆ ਇਹਨਾਂ ਨੂੰ ਕਿ ਤੁਸੀਂ ਇਸ ਪੈਟਰਨ 'ਤੇ ਇਹ ਐਕਟ ਲੈ ਕੇ ਆਓ। ਸੋ ਹੁਣ ਸਿਚੁਏਸ਼ਨ ਹੋਰ ਹੈ। ਜੀ। ਸੋ ਦੋਵਾਂ 'ਚ ਕੁਆਲੀਟੇਟਿਵ ਡਿਫਰੈਂਸ ਹੈ ਸਾਰੀ ਗੱਲ ਦੇ ਵਿੱਚ। ਪਰ ਇਸ ਵਾਰ ਇੱਕ ਸ਼ਰੀਕ ਵੀ ਨੇ, ਸਿਆਸੀ ਸ਼ਰੀਕ ਉਦੋਂ ਬੀਬੀ ਰਜਿੰਦਰ ਕੌਰ ਭੱਠਲ ਸੀਗੇ ਮੁੱਖ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕੈਪਟਨ ਦੇ, ਜੋ ਕਿ ਕੈਪਟਨ ਸਾਹਿਬ ਦੀ ਸ਼ਖਸੀਅਤ ਦੇ ਸਾਹਮਣੇ ਕਾਫੀ ਨਿਗੂਣੇ ਸਾਬਤ ਹੋ ਰਹੇ ਸੀ ਵਾਰ-ਵਾਰ। ਅਸੀਂ ਸਤਿਕਾਰ ਸਹਿਤ ਕਹਿ ਰਹੇ ਹਾਂ, ਖੈਰ ਅਸੀਂ ਕੋਈ ਬੀਬੀ ਜੀ ਦੇ ਕੋਈ ਨਿੱਜੀ ਤੌਰ ਦੇ ਉੱਤੇ ਨਹੀਂ ਕਹਿ ਰਹੇ, ਪਰ ਸਿਆਸੀ ਪੜਚੋਲ ਜਦੋਂ ਕਰੀਏ, ਦੋਵੇਂ ਕਰੈਕਟਰਾਂ ਨੂੰ ਸਾਹਮਣੇ ਰੱਖ ਕੇ ਕਰੀਏ ਤਾਂ ਕੈਪਟਨ ਸਾਹਿਬ ਦਾ ਕੱਦ ਉਦੋਂ ਬਹੁਤ ਉੱਪਰ ਸੀ ਕਾਂਗਰਸ ਪਾਰਟੀ ਦੇ ਵਿੱਚ ਵੀ, ਪੰਜਾਬ ਦੀ ਸਿਆਸਤ ਦੇ ਵਿੱਚ ਵੀ। ਪਰ ਇਸ ਵਕਤ ਜਿਸ ਤਰ੍ਹਾਂ ਨਵੇਂ ਪੰਜਾਬ ਕਾਂਗਰਸ ਇੰਚਾਰਜ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਆਏ ਨੇ, ਜਿਸ ਤਰ੍ਹਾਂ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਨੇੜਤਾ ਬਣਾ ਰਹੇ ਨੇ, ਨਵਜੋਤ ਸਿੰਘ ਸਿੱਧੂ ਨੂੰ ਉਹ ਪ੍ਰਮੋਟ ਕਰ ਰਹੇ ਨੇ, ਨਵਜੋਤ ਸਿੰਘ ਸਿੱਧੂ ਨੂੰ ਉਹ ਨਾਸ਼ਤੇ 'ਤੇ ਲੈ ਕੇ ਜਾ ਰਹੇ ਨੇ ਕੈਪਟਨ ਸਾਹਿਬ ਦੇ ਘਰੇ, ਤੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਮੱਧ ਪ੍ਰਦੇਸ਼ ਦੀਆਂ ਚੋਣਾਂ, ਕੁਝ ਹੋਰ ਚੋਣਾਂ ਦੇ ਵਿੱਚ ਉਤਾਰਿਆ ਜਾ ਰਿਹਾ ਸਟਾਰ ਕੈਂਪੇਨਰ। ਇਹ ਵੀ ਚਰਚਾ ਚੱਲਦੀ ਹੈ ਕਿ ਸ਼ਾਇਦ ਜਿੰਨੇ ਨੂੰ ਆਪਣੀ ਇਹ ਗੱਲਬਾਤ ਲੋਕਾਂ ਤੱਕ ਪੁੱਜਦੀ ਹੋਵੇ ਇਸ ਰਿਕਾਰਡਿੰਗ ਤੋਂ ਬਾਅਦ, ਉਦੋਂ ਤੱਕ ਸਿੱਧੂ ਬਾਰੇ ਕੋਈ ਹੋਰ ਨਵੀਂ ਵੀ ਡਿਵੈਲਪਮੈਂਟ ਆ ਸਕਦੀ ਹੈ, ਜਿਵੇਂ ਚਰਚਾ ਚੱਲ ਰਹੀ ਹੈ ਦੁਬਾਰਾ ਕੈਬਨਿਟ 'ਚ ਵਾਪਸੀ ਦੀ ਜਾਂ ਡਿਪਟੀ CM ਦੀ ਜਾਂ ਕੁਛ ਹੋਰ। ਪਰ ਇਹ ਇਸ ਵਾਰ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਇੱਕ ਵੱਡਾ ਫੈਕਟਰ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਪੰਜਾਬ ਦੀ ਸਿਆਸਤ, ਖਾਸ ਕਰ ਵਿਦਿਨ ਕਾਂਗਰਸ, ਤੇ ਦੁਬਾਰਾ ਕਾਂਗਰਸ ਦੇ ਵਿੱਚ ਜਿੱਦਾਂ ਉਹ ਰੀਇਨਸਟੇਟ ਕਰ ਰਹੇ ਨੇ ਹਰੀਸ਼ ਰਾਵਤ ਦੇ ਮੋਢਿਆਂ ਤੇ ਚੜ੍ਹ ਕੇ, ਕਿ ਇਸ ਵਾਰ ਫਿਰ ਦੁਬਾਰਾ ਇੱਕ ਨਵਾਂ ਗ੍ਰਹਿਣ ਨਹੀਂ, ਸਿਆਸੀ ਗ੍ਰਹਿਣ ਲੱਗਣ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਨੂੰ। ਇਹ ਜੇ ਆਪਾਂ ਪਿਛਲੀ ਲੋਕ ਸਭਾ ਇਲੈਕਸ਼ਨ ਦੇਖੀਏ ਤਾਂ ਉਦੋਂ ਵੀ ਸਿਚੁਏਸ਼ਨ ਭਾਵੇਂ ਇੰਨੀ ਖਰਾਬ ਨਹੀਂ ਸੀਗੀ, ਲੇਕਿਨ ਇਹ ਟੈਨਸ਼ਨ ਦੋਵਾਂ ਦੀ ਅਖੀਰ 'ਤੇ ਨਜ਼ਰ ਆ ਗਈ ਸੀ ਜਦੋਂ ਨਵਜੋਤ ਸਿੱਧੂ ਹੋਰਾਂ ਨੇ
ਸਟੇਜ ਤੋਂ ਇਹ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਮਿਲੇ ਹੋਏ ਆ। ਜੀ। ਇਹ ਅਸਲੀ ਸਮੱਸਿਆ ਉਸ ਦਿਨ ਸ਼ੁਰੂ ਹੋਈ ਸੀਗੀ ਪਬਲਿਕਲੀ। ਤੇ ਮੇਰੇ ਖਿਆਲ 'ਚ ਨਵਜੋਤ ਹੋਰਾਂ ਨੂੰ ਇਸ ਕਰਕੇ ਨਹੀਂ ਸੀ ਡ੍ਰੌਪ ਕੀਤਾ ਗਿਆ ਜਾਂ ਉਹਨਾਂ ਦਾ ਮਹਿਕਮਾ ਚੇਂਜ ਕੀਤਾ ਗਿਆ ਕਿ ਲੋਕਲ ਬਾਡੀ 'ਚ ਉਹਨਾਂ ਦਾ ਕੰਮ ਠੀਕ ਨਹੀਂ ਸੀ। ਅਸਲੀ ਗੱਲ ਮੇਰੇ ਖਿਆਲ ਦੇ ਵਿੱਚ ਇਹ ਸੀਗੀ। ਜੀ। ਹੁਣ ਆਪਸ ਦੇ ਵਿੱਚ ਇਹਨਾਂ ਨੇ ਕੋਈ ਲੈਸਨ ਲਰਨ ਕੀਤੀ ਹੈ ਦੋਵਾਂ ਨੇ ਕਿ ਨਹੀਂ, ਇਹ ਮੈਂ ਕਹਿ ਨਹੀਂ ਸਕਦਾ, ਲੇਕਿਨ ਇਹ ਤਾਂ ਪਬਲਿਕ ਡੋਮੇਨ ਦੇ ਵਿੱਚ ਹੈ ਕਿ ਨਵਜੋਤ ਸਿੱਧੂ ਦਿੱਲੀ ਦੇ ਵਿੱਚ ਲੀਡਰਸ਼ਿਪ ਦੇ ਕਲੋਜ਼ ਆ ਬਹੁਤ। ਬਿਲਕੁਲ। ਤੇ ਜਿਨ੍ਹਾਂ ਦੇ ਨਵਜੋਤ ਹੋਰੀ ਕਲੋਜ਼ ਹੈਗੇ ਹੈ ਤੇ ਉਹਨਾਂ ਦੇ ਲੀਡਰ ਅੱਗੇ ਕੈਪਟਨ ਅਮਰਿੰਦਰ ਸਿੰਘ ਨਾਲ ਪਰਸਨਲ ਰਿਸ਼ਤਾ ਹੈ। ਕੈਪਟਨ ਸਾਹਿਬ ਉਸ ਫੈਮਿਲੀ 'ਚ ਪਰਸਨਲ ਲੈਵਲ 'ਤੇ ਵਿਚਰਦੇ ਸੀਗੇ। ਜੀ ਜੀ ਬਿਲਕੁਲ ਜੀ। ਸੋ ਉਹ ਮੇਰੇ ਖਿਆਲ 'ਚ ਪ੍ਰਸੰਗ ਇਹ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਰਾਜਨੀਤਿਕ ਸਭਾ ਦੇ ਵਿੱਚ ਕਿ ਜਦੋਂ ਰਾਜੀਵ ਗਾਂਧੀ ਉਹਨਾਂ ਨੇ ਮਰਹੂਮ ਪ੍ਰਧਾਨ ਮੰਤਰੀ ਭਾਰਤ ਦੇ, ਉਹਨਾਂ ਨੇ ਜਦੋਂ ਸ਼੍ਰੀਮਤੀ ਸੋਨੀਆ ਗਾਂਧੀ ਨਾਲ ਵਿਆਹ ਕਰਵਾਇਆ ਤਾਂ ਉਦੋਂ ਸ਼ਾਇਦ ਇੰਦਰਾ ਗਾਂਧੀ ਨਾਲ ਰਿਲੇਸ਼ਨ ਠੀਕ ਨਹੀਂ ਸੀ, ਤਾਂ ਉਹ ਕੈਪਟਨ ਸਾਹਿਬ ਨੇ ਸ਼ੈਲਟਰ ਦਿੱਤੀ ਸੀਗੀ ਉਹਨਾਂ ਨੂੰ। ਜੀ ਇਹ ਸੱਚਾਈ ਹੈ। ਉਹਨਾਂ ਦੇ ਵਿਆਹ ਦੇ ਵਿੱਚ ਬਹੁਤ ਵੱਡਾ ਰੋਲ ਸੀ ਇੱਕ, ਤੇ ਉਸ ਤੋਂ ਬਾਅਦ ਸ਼ੈਲਟਰ ਵੀ ਦਿੱਤੀ ਸੀ। ਸੋ ਇਸ ਕਰਕੇ ਨਿੱਜੀ ਸੰਬੰਧ ਹੈਗੇ ਸਾਰੇ, ਸਿਆਸੀ ਨਾ ਹੋ ਕੇ। ਲੇਕਿਨ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਨਵੀਂ ਲੀਡਰਸ਼ਿਪ ਆਲਟਰਨੇਟ ਸਟੇਟ ਦੇ ਵਿੱਚ ਬਿਲਡ ਕੀਤੀ ਜਾਵੇ। ਉਹਨੂੰ ਆਲਟਰਨੇਟਿਵ ਸੈਂਟਰ ਨਾ ਸਮਝਿਆ ਜਾਵੇ। ਸਪੋਰਟਿਵ ਰੋਲ ਮੇਰੇ ਖਿਆਲ ਦੇ ਵਿੱਚ ਹੋਣਾ ਚਾਹੀਦਾ ਹੈ। ਜੇ ਉਸ ਰੋਲ ਦੇ ਵਿੱਚ ਕੈਪਟਨ ਸਾਹਿਬ ਨੂੰ ਆਪਣੇ ਨਵਜੋਤ ਸਿੱਧੂ ਨੂੰ ਲੈ ਕੇ ਆ ਰਹੇ ਹੈ, ਇਹ ਹੈਲਦੀ ਡਿਵੈਲਪਮੈਂਟ ਹੋਏਗੀ। ਜੀ। ਸੋ ਕੁੱਲ ਮਿਲਾ ਕੇ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਚੱਲਣਾ ਹੀ ਪਏਗਾ ਕੈਪਟਨ ਅਮਰਿੰਦਰ ਸਿੰਘ ਨੂੰ, ਸਿਆਸੀ ਤੌਰ ਤੇ ਵੀ ਤੇ ਪਾਰਟੀ ਪੱਧਰ ਦੇ ਉੱਤੇ ਵੀ ਲਾਹੇਵੰਦਾ ਹੋਏਗਾ ਦੋਵੇਂ ਤਰ੍ਹਾਂ ਨਾਲ ਕੈਪਟਨ ਸਾਹਿਬ ਵਾਸਤੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਹਾਂ, ਮੈਂ ਬਿਲਕੁਲ ਇਹ ਕਹਿਣਾ ਚਾਹੁੰਦਾ, ਜੇ ਪਾਰਟੀ ਇਕੱਠੀ ਤੁਰੇਗੀ ਤੇ ਇਹ ਫਾਇਦਾ ਇਹਦਾ ਪਾਰਟੀ ਨੂੰ ਹੀ ਹੋਏਗਾ। ਪਰ ਜੇਕਰ ਦੁਬਾਰਾ ਕਾਂਗਰਸ ਰਿਪੀਟ ਕਰਦੀ ਹੈ 2022 'ਚ, ਤਾਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਅਹੁਦੇ ਦੇ ਵੀ ਇੱਕ ਵੱਡੇ ਦਾਅਵੇਦਾਰ ਬਣ ਸਕਦੇ ਨੇ ਕੈਪਟਨ ਵਾਸਤੇ। ਮੈਂ ਪੰਜਾਬ ਦੇ ਕੁਝ ਲੀਡਰ ਦੇਖੇ ਹੈ ਜਿਹੜੇ ਲੋਨਰ ਹੈ। ਜੀ। ਅਕਾਲੀ ਦਲ ਦੇ ਵਿੱਚ ਕੈਪਟਨ ਕਮਲਜੀਤ ਕਿਸੇ ਵੇਲੇ ਪਾਵਰਫੁਲ ਲੀਡਰ ਹੁੰਦੇ ਸੀਗੇ। ਜੀ। ਨੰਬਰ 2 ਤੇ ਸੀ। ਉਹਨਾਂ ਦੀ ਇੱਕ ਸਮੱਸਿਆ ਸੀ ਕਿ ਉਹ ਕਿਸੇ ਨੂੰ ਨਾਲ ਨਹੀਂ ਸੀ ਰੱਖ ਸਕਦੇ। ਲੌਬੀ ਨਹੀਂ ਬਣਾ ਸਕਦੇ ਸੀ ਆਪਣੀ। ਸਪੋਰਟ ਲੌਬੀ ਵੀ ਨਾ ਕਹੀਏ, ਜੇ ਆਪਾਂ ਗਰੁੱਪ ਨਹੀਂ ਆਪਣਾ ਬਣਾ ਸਕੇ, ਕਿਸੇ ਨੂੰ ਆਪਣੇ ਨਾਲ ਰੱਖ ਨਹੀਂ ਸਕੇ। ਜਿਹੜੀ ਮੈਂ ਫੰਕਸ਼ਨਿੰਗ ਨਵਜੋਤ ਸਿੱਧੂ ਹੋਰਾਂ ਦੀ ਦੇਖ ਰਹੇ ਹਾਂ ਪਿਛਲੇ ਕਾਫੀ ਸਮੇਂ ਤੋਂ, ਜੀ, ਜਾਂ ਜਿਹੜੀ ਇਹਨਾਂ ਦੇ ਆਸੇ-ਪਾਸੇ ਤੋਂ ਜਿਹੜੇ ਲੋਕ ਇਹਨਾਂ ਦੇ ਨੇੜੇ ਹੈਗੇ ਹੈ, ਉਹਨਾਂ ਤੋਂ ਫੀਡਬੈਕ ਆਉਂਦੀ ਹੈ, ਇਹਨਾਂ ਦੀ ਸਮੱਸਿਆ ਵੀ ਇਹੀ ਹੈ। ਜਦ ਤੱਕ ਸਿਆਸਤ ਦੇ ਵਿੱਚ ਤੁਸੀਂ ਆਪਣਾ ਗਰੁੱਪ ਕਾਇਮ ਨਹੀਂ ਕਰਦੇ ਤੇ ਮੇਰੇ ਖਿਆਲ ਦੇ ਵਿੱਚ ਟਾਪ ਦੇ ਆਫਿਸ ਵਾਸਤੇ ਅਸਪਾਇਰ ਤਾਂ ਕਰੀ ਚੱਲੋ, ਕੋਈ ਗੱਲ ਨਹੀਂ। ਜੀ ਜੀ ਜੀ। ਲੇਕਿਨ ਅਚੀਵ ਕਰਨਾ ਔਖਾ ਹੁੰਦਾ ਹੈ। ਜੀ ਜੀ। ਮੈਂ ਜਗਤਾਰ ਸਿੰਘ ਜੀ ਅਗਲਾ ਸਵਾਲ ਲੈ ਰਿਹਾ ਕਿ ਆਪਾਂ ਅਕਾਲੀ ਦਲ ਦੀ ਰਾਜਨੀਤੀ ਦੀ ਵੀ ਗੱਲ ਕਰ ਲਈਏ, ਕਿਉਂਕਿ ਆਪਾਂ ਪੰਜਾਬ ਦੀ ਜੋ ਮੌਜੂਦਾ ਇਸ ਵਕਤ ਕੋਈ ਪਾਣੀਆਂ ਦੇ ਉੱਤੇ ਜਿਹੜੀ ਦੁਆਲੇ ਰਾਜਨੀਤੀ ਘੁੰਮਦੀ ਸੀ, ਉਹੀ ਰਾਜਨੀਤੀ ਅੱਜ ਖੇਤੀ ਕਾਨੂੰਨਾਂ ਦੇ ਦੁਆਲੇ ਘੁੰਮਣ ਲੱਗੀ ਹੈ ਪੰਜਾਬ ਦੀ। ਲਗਭਗ ਉਨਾ ਇੰਪੈਕਟ ਤਾਂ ਆਪਾਂ ਕਹਿ ਨਹੀਂ ਸਕਦੇ ਖੈਰ ਪਾਣੀਆਂ ਦੇ ਮੁੱਦੇ ਜਿੰਨਾ, ਪਰ ਆਪਣੇ ਆਪ 'ਚ ਬਹੁਤ ਵੱਡਾ ਇੰਪੈਕਟ ਹੈ, ਕਿਉਂਕਿ ਆਪਾਂ ਦੂਰ ਭਵਿੱਖ 'ਚ ਅਗਰ ਨਜ਼ਰ ਮਾਰੀਏ ਤਾਂ ਇਹ ਕਾਨੂੰਨ ਜਿਹੜੇ ਬਣ ਜਾਣਗੇ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਲਈ ਬਹੁਤ ਜ਼ਿਆਦਾ ਅਸਰਦਾਰ ਸਾਬਤ ਹੋਣਗੇ। ਅਕਾਲੀ ਦਲ ਨੇ ਵਜ਼ਾਰਤ ਛੱਡ ਕੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢਿਆ, ਗ੍ਰਿਫਤਾਰੀਆਂ ਦਿੱਤੀਆਂ। ਕੁੱਲ ਮਿਲਾ ਕੇ ਅਕਾਲੀ ਦਲ ਆਪਣਾ ਕਾਡਰ ਜਗਾਉਣ ਦੇ ਵਿੱਚ ਕਾਮਯਾਬ ਹੋਇਆ ਹੈ। ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਕੀ ਇਸ ਨੂੰ ਪ੍ਰਾਪਤੀ ਮੰਨਦੇ ਹੋ ਅਕਾਲੀ ਦਲ ਦੀ, ਹਾਸ਼ੀਏ 'ਤੇ ਲੱਗੀ ਪਾਰਟੀ ਦੀ? ਨਹੀਂ, ਪ੍ਰਾਪਤੀ ਅਕਾਲੀ ਦਲ ਦੀ ਮੈਂ ਅਜੇ ਨਹੀਂ ਮੰਨਦਾ, ਕਿਉਂਕਿ ਮੈਂ ਅੱਜ ਕਿਤੇ ਇੱਕ ਵੀਡੀਓ ਮੇਰੇ ਸਾਹਮਣੇ ਆ ਗਈ, ਜਦੋਂ ਇਹ ਪੀਰੀਅਡ ਹੈ ਅਕਾਲੀ ਦਲ ਅਜੇ ਬਾਹਰ ਆਇਆ ਨਹੀਂ ਸੀ ਅਲਾਇੰਸ ਦੇ ਵਿੱਚੋਂ। ਸੁਖਬੀਰ ਸਿੰਘ ਬਾਦਲ ਹੋਰਾਂ ਦੀ ਵੀਡੀਓ ਸੀਗੀ। ਉਹਨਾਂ ਨੂੰ ਕਿਸੇ ਨੇ ਕੁਐਸਚਨ ਕੀਤਾ, ਜਰਨਲਿਸਟ ਨੇ, ਤੇ ਉਹ ਕਹਿੰਦੇ ਵੀ ਇਹ ਕਿਸਾਨ ਥੋੜ੍ਹੀ ਹੈ, ਇਹ ਤਾਂ ਨਕਸਲਾਈਟ ਹੈਗੇ ਆ ਕਿਸਾਨ ਲੀਡਰਾਂ ਨੂੰ। ਹੁਣ ਉਦੋਂ ਤੱਕ ਤਾਂ ਇਹਨਾਂ ਦਾ ਵਿਚਾਰ ਇਹਨਾਂ ਬਾਰੇ ਇਹ ਸੀ, ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਪੈਸੜਾ ਬਦਲਿਆ, ਆਪਣੀ ਵਾਈਫ ਨੂੰ ਕੈਬਨਿਟ 'ਚੋਂ ਵਿਡਰਾ ਕਰਵਾਇਆ ਤੇ ਪਾਰਟੀ ਦਾ ਅਲਾਇੰਸ ਬੀਜੇਪੀ ਨਾਲ ਖਤਮ ਕੀਤਾ। ਜੀ। ਸੋ ਅਕਾਲੀ ਦਲ ਇੱਕ ਬੈਗੇਜ ਲੈ ਕੇ ਤੁਰ ਰਿਹਾ ਮੇਰੇ ਖਿਆਲ ਦੇ ਵਿੱਚ। ਜੀ। ਇੱਕ ਬੈਗੇਜ ਇਹਨਾਂ ਦਾ ਪਹਿਲਾਂ ਹੀ ਬਰਗਾੜੀ ਦਾ ਸੀ, ਨਾਲ ਦੂਸਰਾ ਬੈਗੇਜ ਇਹਨਾਂ ਆਰਡੀਨੈਂਸਿਸ ਨੂੰ ਲਗਾਤਾਰ 3 ਮਹੀਨੇ ਸਪੋਰਟ ਕਰਨ, ਸਾਰੇ ਟੱਬਰ ਵੱਲੋਂ, ਅਕਾਲੀ ਦਲ ਨੇ ਨਹੀਂ, ਟੱਬਰ ਨੇ ਸਪੋਰਟ ਕੀਤਾ। ਜੀ। ਹੁਣ ਕੱਲ੍ਹ ਵੀ ਜਦੋਂ ਪੈਸੜਾ ਬਦਲਿਆ, ਇਹ ਟੱਬਰ ਦੇ ਵਿੱਚੋਂ ਹੀ ਇੱਕ ਮੈਂਬਰ ਨੇ ਪ੍ਰੈਸ ਕਾਨਫਰੰਸ ਕੀਤੀ, ਬਿਕਰਮ ਸਿੰਘ ਮਜੀਠੀਆ ਨੇ। ਜੀ। ਬਾਕੀ ਲੀਡਰ ਜਾਂ ਤਾਂ ਉਸ ਢੰਗ ਨਾਲ ਕੋਈ ਸਪੋਰਟ ਕਰਦੇ ਪਹਿਲਾਂ ਵੀ, ਜਾਂ ਹੁਣ ਕਰਨ, ਫਿਰ ਗੱਲ ਵੱਖਰੀ ਹੈ। ਜੀ। ਜਦ ਤੱਕ ਇਹ ਆਪਣੀ ਸਿਆਸਤ ਪਰਿਵਾਰ ਚੋਂ ਨਹੀਂ ਕੱਢਦੇ,
ਹਾਂਜੀ, ਪਰਿਵਾਰ ਚੋਂ ਨਹੀਂ ਕੱਢਦੇ। ਪਰਿਵਾਰ ਚੋਂ ਨਹੀਂ ਕੱਢਦੇ। ਇਹਨਾਂ ਦਾ ਜਿਹੜਾ ਮੇਨ ਇਸ਼ੂ ਹੈ ਉਹ ਸਾਹਮਣੇ ਖੁੱਲ੍ਹ ਕੇ ਨਹੀਂ ਆਏਗਾ। ਆਪਾਂ ਪਾਰਟੀ ਬਾਰੇ ਚੱਲ ਰਹੇ ਹਾਂ। ਪਹਿਲਾਂ ਕਾਂਗਰਸ ਪਾਰਟੀ ਦਾ ਨਫਾ ਨੁਕਸਾਨ ਵੇਖਿਆ ਸੀ ਇਹਨਾਂ ਖੇਤੀ ਬਿੱਲਾਂ ਦੇ ਮੁੱਦੇ ਤੇ, ਫਿਰ ਅਕਾਲੀ ਦਲ ਦਾ ਵੇਖਿਆ। ਮੁੱਖ ਵਿਰੋਧੀ ਧਿਰ ਆਮ ਆਦਮੀ ਮੁੱਖ ਵਿਰੋਧੀ ਧਿਰ ਹੈ, ਕਿਉਂਕਿ ਉਹਨਾਂ ਦੇ ਐਮਐਲਏ ਜਿਹੜੇ ਨੇ ਉਹ ਹਾਲੇ ਵੀ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ, ਐਮਐਲਏਸ਼ਿਪ ਮੌਜੂਦ ਹੈ, ਭਾਵੇਂ ਉਹ ਬਾਗੀ ਨੇ, ਇਸ ਕਰਕੇ ਉਹਨਾਂ ਦਾ ਰੁਤਬਾ ਬਰਕਰਾਰ ਹੈ ਮੁੱਖ ਵਿਰੋਧੀ ਧਿਰ ਦਾ। ਪਰ ਬੜੀ ਹਾਸੋਹੀਣੀ ਸਥਿਤੀ 'ਚ ਇਸ ਸੈਸ਼ਨ 'ਚ ਜਿਹੜੀ ਹੈਗੀ ਆ ਦੇਖਣ ਨੂੰ ਮਿਲੀ ਆ ਇਸ ਪਾਰਟੀ ਬਾਰੇ। ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਰਾਜਪਾਲ ਦੇ ਸਾਹਮਣੇ ਖੜਿਆ ਹਰਪਾਲ ਸਿੰਘ ਚੀਮਾ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੜੇ ਸੀ, ਉੱਥੇ ਹੀ ਅਕਾਲੀ ਦਲ ਵਿਧਾਨਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਖੜੇ ਸੀ, ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਨਾਲ ਹੀ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਖੜੇ ਸੀ। ਹਰਪਾਲ ਚੀਮਾ ਨੂੰ ਸਵਾਲ ਹੁੰਦਾ ਹੈ ਕਿ ਤੁਸੀਂ ਕਹਿ ਰਹੇ ਸੀ ਕਿ ਕੈਪਟਨ ਤੇ ਮੋਦੀ ਕੈਪਟਨ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ, ਕੈਪਟਨ ਮੋਦੀ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ। ਤਾਂ ਹਰਪਾਲ ਸਿੰਘ ਦਾ ਜਵਾਬ ਸੀਗਾ ਕਿ ਸਾਨੂੰ ਬਿੱਲ ਦੀਆਂ ਕਾਪੀਆਂ ਨਹੀਂ ਮਿਲੀਆਂ ਸੀਗੀਆਂ, ਅੱਜ ਮਿਲ ਗਈਆਂ ਤਾਂ ਉਹ ਸਾਡਾ ਜਿਹੜਾ ਸੰਸਾ ਸੀ ਜਾਂ ਸਾਡਾ ਦੋਸ਼ ਸੀਗਾ ਉਹ ਦੂਰ ਹੋ ਗਿਆ ਹੈ। ਤੇ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਅਮਨ ਅਰੋੜਾ ਬਿਆਨ ਦੇ ਦਿੰਦੇ ਨੇ, ਤੇ ਅੱਧੀ ਰਾਤ ਨੂੰ ਜਾ ਕੇ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਆਪਣੇ ਫੇਸਬੁੱਕ ਤੇ ਲਾਈਵ ਹੋ ਜਾਂਦੇ ਨੇ, ਤੇ ਉਹ ਮੀਨ ਮੇਖ ਕੱਢਣੇ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਦੀ ਉਹ ਸਪੋਰਟ ਕਰਕੇ ਆਏ ਨੇ। ਖੈਰ, ਸਪੋਰਟ ਕਰਨਾ ਨਹੀਂ ਕਰਨਾ ਕਾਨੂੰਨੀ ਤੌਰ ਦੇ ਉੱਤੇ ਵਾਜਬ ਨੇ ਨਹੀਂ ਵਾਜਬ ਨੇ, ਇਹ ਸਾਡੇ ਮੇਰੇ ਖਿਆਲ ਅਧਿਕਾਰ ਖੇਤਰ ਤੋਂ ਥੋੜ੍ਹਾ ਜਿਹਾ ਬਾਹਰ ਹੈ ਬਤੌਰ ਇੱਕ ਜਰਨਲਿਸਟ ਹੋਣ ਦੇ ਨਾਤੇ। ਪਰ ਰਾਜਨੀਤਿਕ ਤੌਰ ਦੇ ਉੱਤੇ ਕਿਸ ਤਰ੍ਹਾਂ ਲੈ ਰਹੇ ਹੋ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ? ਆਮ ਆਦਮੀ ਪਾਰਟੀ ਸਿਰਫ ਟੈਕਨੀਕਲ ਤੌਰ ਤੇ ਮੇਨ ਆਪੋਜੀਸ਼ਨ ਹੈ ਜੀ, ਅਦਰਵਾਈਜ਼ ਤਾਂ ਡਿਵਾਈਡਡ ਪਾਰਟੀ ਸਪਲਿਟ ਹੋ ਚੁੱਕੀ ਹੈ। ਬਿਲਕੁਲ। ਔਰ ਜਿਹੜੀ ਪਾਰਟੀ ਟੈਕਨੀਕਲੀ ਹੁਣ ਆਪ ਹੈਗੀ ਹੈ, ਇਹਦੇ ਵੀ ਲੀਡਰ ਹਰਪਾਲ ਚੀਮਾ, ਭਗਵੰਤ ਮਾਨ, ਅਮਨ ਅਰੋੜਾ, ਤਿੰਨੇ ਵੱਖਰੀਆਂ ਵੱਖਰੀਆਂ ਧਿਰਾਂ ਹੈ। ਬਿਲਕੁਲ। ਸੋ ਇਹਨਾਂ ਦੀ ਸਿਆਸਤ ਆਪਣੀ ਜਿਹੜੀ ਨਿੱਜੀ ਹਉਮੈ ਹੈ ਉਹਦੇ ਦੁਆਲੇ ਘੁੰਮਦੀ ਫਿਰਦੀ ਹੈ ਜੀ। ਜਿਹੜੀ ਗੱਲ ਮਿਲੇ ਹੋਣ ਦੀ ਚੀਮਾ ਜੀ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਹੀ, ਇਹੀ ਗੱਲ ਕੱਲ ਵਿਕਰਮ ਮਜੀਠੀਆ ਹੋਰਾਂ ਨੇ ਕਹੀ ਜੀ, ਜਦ ਕਿ ਭਾਈਵਾਲੀ ਇਹਨਾਂ ਦੀ ਜੁਮਾ ਹਾਲੇ 3 ਹਫ਼ਤੇ ਹੋਏ ਟੁੱਟੀ ਹੈ। ਜਦ ਕਿ ਭਾਈਵਾਲ ਤੇ ਅਸੀਂ ਮੋਦੀ ਸਾਹਿਬ ਦੇ, ਔਰ ਹੋ ਸਕਦਾ ਕਿ ਅਗਲੀ ਇਲੈਕਸ਼ਨ ਤੋਂ ਬਾਅਦ ਜੇ ਲੋੜ ਪਈ ਮੁੜ ਕੇ ਫਿਰ ਅਲਾਇੰਸ ਬੀਜੇਪੀ ਨਾਲ ਅਲਾਇੰਸ ਕਰ ਲੈਣ, ਪੋਸਟ ਪੋਲ ਅਲਾਇੰਸ। ਜੀ ਜੀ, ਮੈਂ ਰੂਲ ਆਊਟ ਨਹੀਂ ਕਰਦਾ ਇਹਨਾਂ ਦੀ ਜੀ। ਸੋ ਇਹ ਆਪ ਵਾਲੇ ਆਪਸ ਲੜੇ ਹੋਣ ਕਰਕੇ ਜਾਂ ਇਹਨਾਂ ਦੇ ਡਿਫਰੈਂਸਿਸ ਹੋਣ ਕਰਕੇ ਇਹਨਾਂ ਦੀ ਫੁੱਟ ਹਰ ਇਸ਼ੂ ਤੇ ਸਾਹਮਣੇ ਆ ਜਾਂਦੀ ਹੈ। ਤਾਂ ਇਸ ਕਰਕੇ ਇਹ ਇਸ ਹਾਲਤ ਦੇ ਵਿੱਚ ਨਹੀਂ ਕਿ ਇਹਦਾ ਕੋਈ ਇਹਨਾਂ ਨੂੰ ਬੈਨੀਫਿਟ ਹੋ ਸਕੇ। ਖੇਤੀ ਬਿੱਲਾਂ ਦੇ ਪ੍ਰਸੰਗ 'ਚ ਆਪਾਂ ਗੱਲ ਕਰ ਰਹੇ ਹਾਂ ਕਿ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਬੜੇ ਵੱਡੇ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਕੇਂਦਰ 'ਚ ਜਿੱਤਦੀ ਹੈ, ਤਾਂ ਪੰਜਾਬ 'ਚ ਦੇ ਜਿਹੜੇ ਭਾਜਪਾਈ ਨੇ ਉਹ ਭੜਕਾ ਮਾਰਨ ਲੱਗ ਪਏ ਸੀ ਕਿ ਅਸੀਂ ਅੱਧੋ ਅੱਧ ਤਾਂ ਲੜਾਂਗੇ ਐਤਕੀ ਸੀਟਾਂ। 117 'ਚ ਵੀ ਜਿਹੜੀ ਜਦੋਂ ਅੱਧ ਕਰਦੇ ਆ ਇੱਕ ਵੱਧਦੀ ਆ ਉਹ ਵੀ ਸਾਡੇ ਵਾਲੇ ਪਾਸੇ ਆਊਗੀ। ਤੇ ਜਦੋਂ ਅਕਾਲੀ ਦਲ ਨੇ ਪਿਛਲੇ ਮਹੀਨੇ ਦੇ ਆਖਰੀ ਹਫ਼ਤੇ ਜਦੋਂ ਨਾਤਾ ਤੋੜਿਆ ਇਹਨਾਂ ਤੋਂ, ਤਾਂ ਉਹ ਕਹਿੰਦੇ ਹੁਣ 117 ਦੀਆਂ 17 ਤੇ ਲੜਾਂਗੇ। 2 ਐਮਐਲਏ ਨੇ ਤੇ ਉਹ 2 ਦੇ 2 ਵੜੇ ਨਹੀਂ ਹੈਗੇ ਏਡੇ ਇੰਪੋਰਟੈਂਟ ਸੈਸ਼ਨ ਦੇ ਵਿੱਚ। ਕੀ ਪਾਰਟੀ ਕਹਿੰਦੀ ਭਾਵੇਂ 117 ਸੀਟਾਂ ਲੜਨ ਨੂੰ ਹੈ ਕਿ ਕੀ ਪਾਰਟੀ ਹੁਣ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਬਾਹਰ ਹੋ ਚੁੱਕੀ ਹੈ? ਹੁਣ ਦੇਖੋ, ਇਹ ਪਾਰਟੀ ਦਾ ਆਪਣਾ ਬੇਸ ਉਸ ਹਿਸਾਬ ਤੇ ਇਲੈਕਸ਼ਨ ਜਿੱਤਣ ਜੋਗਾ ਨਹੀਂ ਹੈ ਕਿਸੇ ਸੀਟ ਤੇ ਵੀ ਜੀ। ਇਹ ਅਲਾਇੰਸ ਦੇ ਵਿੱਚ ਆ ਕੇ ਸੀਟਾਂ ਆਪਣੀਆਂ ਜਿੱਤਦੇ ਰਹੇ ਆ ਜੀ। ਹੁਣ ਤਾਂ ਵਿਚਾਰਿਆਂ ਦੀ ਹਾਲਤ ਬਹੁਤ ਤਰਸਯੋਗ ਹੈ। ਜਿਹੜੇ 2 ਐਮਐਲਏ ਉਹ ਤਾਂ ਵੈਸੇ ਹੀ ਨਜ਼ਰ ਨਹੀਂ ਆਉਂਦੇ ਜੀ। ਬਾਕੀ ਲੀਡਰਾਂ ਦੇ ਬਾਹਰ ਜਿਹੜੇ ਵੱਡੇ ਲੀਡਰ ਇਹਨਾਂ ਦੇ, ਉਹਨਾਂ ਦੇ ਘਰਾਂ ਦੇ ਬਾਹਰ ਤਾਂ ਧਰਨੇ ਲੱਗੇ ਹੋਏ ਆ, ਬਾਹਰ ਹੀ ਨਿਕਲ ਨਹੀਂ ਸਕਦੇ। ਅੱਜ ਚੰਡੀਗੜ੍ਹ ਲੈ ਕੇ ਆ ਰਹੇ ਆਪਣਾ ਮਾਤ ਦਲਿਤ ਮਾਰਚ ਜੀ। ਲੇਕਿਨ ਜੇ ਤੁਸੀਂ ਇਹਨਾਂ ਦੀ ਸਟੇਟ ਦੇ ਵਿੱਚ ਬਾਕੀ ਫੰਕਸ਼ਨਿੰਗ ਦੇਖੋ ਤੇ ਕਿਸਾਨਾਂ ਤੋਂ ਤਾਂ ਆਈਸੋਲੇਟ ਹੋ ਗਏ, ਆੜ੍ਹਤੀਆਂ ਤੋਂ ਵੀ ਆਈਸੋਲੇਟ ਹੋ ਗਏ। ਸੋ ਇਹਨਾਂ ਨੇ ਆਪਣਾ ਨੁਕਸਾਨ ਪੰਜਾਬ ਵਿੱਚ ਆਪੇ ਹੀ ਕਰ ਲਿਆ ਹੈ। ਮੇਰੇ ਖਿਆਲ 'ਚ ਮੋਦੀ ਜੀ ਨੂੰ ਪਤਾ ਸੀ ਕਿ ਇਹਦਾ ਰਿਐਕਸ਼ਨ ਇਹ ਹੋਏਗਾ, ਤੇ ਉਹਨਾਂ ਨੇ ਪੰਜਾਬ ਦੀ ਬੀਜੇਪੀ ਬਾਰੇ ਪਰਵਾਹ ਕੀਤੀ ਹੀ ਨਹੀਂ। ਪੰਜਾਬ 'ਚ ਜਾਂ ਬੀਜੇਪੀ ਨੂੰ ਆਪਣਾ ਛੋਟੀ ਇੱਕ 13 ਲੋਕ ਸਭਾ ਸੀਟਾਂ ਵਾਲੀ ਸਟੇਟ ਨੂੰ ਉਹ ਸ਼ਾਇਦ ਆਪਣੇ ਸਿਆਸੀ ਨਕਸ਼ੇ 'ਤੇ ਸ਼ਾਇਦ ਉਨਾ ਗੌਲਦੇ ਹੀ ਨਹੀਂ ਆਪਾਂ ਦੇਖੀਏ ਤਾਂ। ਤੁਸੀਂ ਖੈਰ ਮੈਂ ਸਮਾਪਤ ਕਰਨ ਲੱਗਾ ਸੀਗਾ ਆਪਣੀ ਗੱਲਬਾਤ ਨੂੰ, ਪਰ ਤੁਸੀਂ ਇੱਕ ਗੱਲ ਛੇੜੀ ਹੈ ਕਿ ਇਹ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਦਲਿਤ ਮਾਰਚ ਲੈ ਕੇ ਆ ਰਹੇ ਨੇ। ਬਸਪਾ ਬੜਾ, ਹਾਲਾਂਕਿ ਸੀਪੀਆਈ ਸੀਪੀਐਮ ਹੋਰ ਕਿੰਨੀਆਂ ਪਾਰਟੀਆਂ, ਲੋਕ ਇਨਸਾਫ ਪਾਰਟੀ ਵੀ ਕਾਫੀ ਚਰਚਾ 'ਚ ਹੈ, ਹਾਲਾਂਕਿ 2 ਐਮਐਲਏ ਵੀ ਨੇ ਤੇ ਉਹਨਾਂ ਨੇ ਆਪਣੀ ਗੱਲ ਵੀ ਰੱਖੀ ਹੈ, ਭਾਵੇਂ ਹੱਕ 'ਚ ਰੱਖੀ ਹੈ ਭਾਵੇਂ ਵਿਰੋਧ 'ਚ ਰੱਖੀ ਹੈ। ਉਹ ਆਪਣੀ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਨੇ ਤੇ ਉਹਨਾਂ ਦੀ ਰਾਜਨੀਤੀ ਨੂੰ ਆਪ ਦੇ ਬਾਗੀ ਧੜੇ ਦੇ ਨਾਲ ਰਲਾ ਕੇ ਹੀ ਵੇਖ ਲਿਆ ਜਾਂਦਾ ਤੇ ਉੱਥੇ ਹੀ ਸਮੇਟ ਲਿਆ ਜਾਂਦਾ। ਪਰ ਬਸਪਾ ਬਾਰੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਅਕਾਲੀ ਦਲ ਇਸ ਵਾਰ ਬਸਪਾ ਨੂੰ ਆਪਣੇ ਨਾਲ ਲਾਏਗਾ ਜਾਂ ਬਸਪਾ ਸ਼ਾਇਦ ਅਕਾਲੀ ਦਲ ਦਾ ਲੜ ਫੜੇਗੀ। ਤਾਂ ਉਸ ਇਕੱਲੀ ਇੱਕ ਬਸਪਾ, ਮੈਂ ਸਾਰਾ ਨਹੀਂ ਹੁਣ ਅੱਗੇ ਲੈ ਕੇ ਜਾਵਾਂਗਾ, ਆਖਰੀ ਗੱਲ ਹੈ ਕਿ ਬਸਪਾ ਦੀ ਰਾਜਨੀਤੀ ਦਾ ਉਭਾਰ ਹੋ ਸਕਦਾ ਹੈ ਇਸ ਜਿਹੜਾ ਖਲਾ ਪੈਦਾ ਹੋਇਆ ਭਾਰਤੀ ਜਨਤਾ ਪਾਰਟੀ ਦੇ ਬਾਹਰ ਹੋਣ ਨਾਲ? ਦੇਖੋ, ਗੜਜੋੜ ਚੋਂ
ਆਇਰਨੀ ਇਹ ਹੈ ਕਿ ਜਿਸ ਸਟੇਟ ਦੇ ਵਿੱਚ ਦਲਿਤ ਪਾਪੂਲੇਸ਼ਨ 32-33% ਹੋਵੇ, ਬਿਲਕੁਲ ਉੱਥੇ ਬਸਪਾ ਦਾ ਆਧਾਰ ਹੀ ਨਾ ਹੋਵੇ ਜੀ। ਔਰ ਬਣ ਹੀ ਨਹੀਂ ਸਕਿਆ। ਔਰ ਇਹਨਾਂ ਦੇ ਨੇਤਾ ਕਾਸ਼ੀ ਰਾਮ ਜੀ ਉਹ ਖੁਦ ਪੰਜਾਬ ਤੋਂ ਸੀ, ਪੰਜਾਬ ਦੇ ਜੰਪਲ ਸੀਗੇ, ਪੰਜਾਬ ਦੇ ਜੰਪਲ ਸੀ, ਪਰ ਯੂਪੀ ਜਾ ਕੇ ਉਹਨਾਂ ਨੂੰ ਯੂਪੀ ਜਾ ਕੇ ਕਾਮਯਾਬੀ ਮਿਲੀ। ਸਿਆਸੀ ਤੌਰ ਤੇ ਪੰਜਾਬ ਪ੍ਰਵਾਨ ਦੀ- ਹੋਇਆ। ਪੰਜਾਬ ਦੀ ਜੋ ਸੁਸਾਇਟੀ ਹੈ ਇਹਦੇ ਵਿੱਚ ਦਲਿਤ ਸਿਆਸਤ ਇੰਨੀ ਸ਼ਾਰਪਨ ਨਹੀਂ ਹੋਈ ਔਰ ਨਾ ਹੀ ਹੋ ਸਕਦੀ ਹੈ। ਇਹਦੀਆਂ ਪਾਕਟਸ ਹੈਗੀਆਂ, ਵੱਖਰੇ ਵੱਖਰੇ ਰਵਿਦਾਸੀ ਹੋ ਗਏ, ਬਾਲਮੀਕੀ ਹੋ ਗਏ, ਇਸ ਤਰੀਕੇ ਦੇ ਨਾਲ ਉਹ ਸਾਰਾ ਡਿਵਾਈਡਡ ਹੈ ਜੀ ਉਹ ਪੋਲੀਟੀਕਲ ਪਾਰਟੀ ਦੇ ਵਿੱਚ ਡਿਵਾਈਡਡ ਹੈ। ਜੀ। ਉਹਨਾਂ ਨੂੰ ਬਸਪਾ ਹੁਣ ਤੱਕ ਇਕੱਠੇ ਨਹੀਂ ਕਰ ਸਕੀ। ਅਕਾਲੀ ਦਲ ਨੇ ਪਿਛਲੇ 1 ਸਾਲ ਤੋਂ ਲਗਾਤਾਰ ਗੱਲ ਚੱਲ ਰਹੀ ਸੀ ਅਕਾਲੀ ਦਲ ਦੇ ਵਿੱਚ ਜੀ। ਕਿ ਆਲਟਰਨੇਟਿਵ ਬੀਜੇਪੀ ਦਾ ਬਸਪਾ ਹੈ ਤੇ ਉਹਨਾਂ ਨਾਲ ਗੱਲ ਵੀ ਤੋਰੀ ਸੀ। ਜੀ। ਇਹ ਅਲਾਇੰਸ ਤੋੜਨ ਤੋਂ ਪਹਿਲਾਂ ਇਹ ਗੱਲ ਹੋ ਰਹੀ ਸੀ ਕਿ ਸੁਖਬੀਰ ਹੋਰਾਂ ਦੀ ਅੰਡਰਸਟੈਂਡਿੰਗ ਬਸਪਾ ਨਾਲ ਹੋ ਚੁੱਕੀ ਹੈ ਜੀ ਤੇ ਅਗਲੇ ਇਲੈਕਸ਼ਨ ਹੋ ਸਕਦਾ ਹੈ ਅਕਾਲੀ ਦਲ ਤੇ ਬਸਪਾ ਇਕੱਠੇ ਲੜਨ। ਜੀ ਸੋ ਆਪਾਂ ਗੱਲਬਾਤ ਕੀਤੀ ਹੈ ਨਾਮਵਰ ਪੱਤਰਕਾਰ ਜਗਤਾਰ ਸਿੰਘ ਹੋਰਾਂ ਨਾਲ। ਪੰਜਾਬ ਦੀ ਰਾਜਨੀਤੀ ਨੂੰ ਖੇਤੀ ਕਾਨੂੰਨਾਂ ਤੇ ਪੰਜਾਬ ਕੇਂਦਰ ਦੇ ਖੇਤੀ ਕਾਨੂੰਨਾਂ ਤੇ ਪੰਜਾਬ ਦੇ ਖੇਤੀ ਬਿੱਲਾਂ ਦੇ ਪ੍ਰਸੰਗ ਦੇ ਵਿੱਚ ਆਪਾਂ ਵਾਚਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਇਸ 'ਚੋਂ ਕੁਝ ਨਾ ਕੁਝ ਆਪਣੇ ਮਤਲਬ ਦਾ ਲੱਭਿਆ ਹੋਏਗਾ। ਤੁਹਾਡਾ ਹੁੰਗਾਰਾ ਜਿਹੜਾ ਹੈਗਾ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਸਾਡੇ ਵਾਸਤੇ ਇੱਕ ਆਕਸੀਜਨ ਦੇ ਤਰ੍ਹਾਂ ਹੁੰਦਾ ਹੈ। ਤੁਸੀਂ ਚੰਗਾ ਹੁੰਗਾਰਾ ਭਰੋ, ਚਾਹੇ ਨਾ ਪੱਖੀ ਭਰੋ, ਸਾਨੂੰ ਦੋਵੇਂ ਤਰ੍ਹਾਂ ਤੁਹਾਡੀ ਉਡੀਕ ਰਹਿੰਦੀ ਹੈ ਤੇ ਅੱਗੇ ਫਿਰ ਇਸ ਤਰ੍ਹਾਂ ਹੀ ਸਾਰਥਕ ਗੁਫ਼ਤਗੂ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦੇ ਰਹਾਂਗੇ। ਇਜਾਜ਼ਤ ਦਿਓ, ਬਹੁਤ ਸ਼ੁਕਰੀਆ ਤੇ ਧੰਨਵਾਦ ਜਗਤਾਰ ਸਿੰਘ ਜੀ। ਥੈਂਕ ਯੂ। ਮੈਂ ਨਿਰਮਲ ਮਾਨ ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।